ਸਿਮਰਨ ਅਕਸ ਅਦਬੀ ਦੁਨੀਆ ਦੇ ਵਿੱਚ ਤੇਜ਼ ਕਦਮੀ ਉਭਰਿਆ ਨਾਂ ਹੈ। ਉਸਨੇ ਕਵਿਤਾ ਅਤੇ ਕਹਾਣੀ ਦੇ ਖੇਤਰ ਵਿੱਚ ਦਸਤਕ ਦਿੱਤੀ ਹੈ। ਉਸਦੀ ਇਸ ਦਸਤਕ ਨੂੰ ਪਾਠਕਾਂ ਨੇ ਧੁਰ ਅੰਦਰੋਂ ਮਹਿਸੂਸ ਵੀ ਕੀਤਾ ਹੈ ਤੇ ਪ੍ਰਵਾਨ ਵੀ। ਉਸਦੀ ਆਮਦ ਮਹਿਕ ਵਾਂਗ ਚੁਪੇਰੇ ਫੈਲ ਗਈ ਹੈ। ਸਿਮਰਨ ਦੀ ਸਿਰਜਣਾ ਵਿੱਚ ਉੱਚੇ ਅੰਬਰ ਨੂੰ ਕਲਾਵੇ ਵਿੱਚ ਲੈਣ ਦੀ ਚਾਹ ਠਾਠਾ ਮਾਰਦੀ ਹੈ। ਮਿੱਤੀਆਂ ਮੰਜ਼ਿਲਾਂ ਵਿੱਚ ਕਦਮ ਪੁੱਟਣ ਦੀ ਦ੍ਰਿੜਤਾ ਹਰਕਤ ਕਰਦੀ ਹੈ ਤੇ ਬਗਾਵਤ ਕਰ ਜਾਣ ਦੀ ਜ਼ਰੂਰਤ ਵੀ ਹੈ। ਉਸਦਾ ਪਲੇਠਾ ਕਹਾਣੀ ਸੰਗ੍ਰਹਿ ਮੈਂ ਤੇ ਉਹ ਹੈ, ਜਿਸ ਦੇ 2 ਐਡੀਸ਼ਨ ਛਪ ਚੁੱਕੇ ਨੇ। 2 ਸਾਂਝੇ ਕਾਵ ਸੰਗ੍ਰਹਿਾਂ ਦੇ ਵਿੱਚ ਉਸ ਦੀਆਂ ਕਵਿਤਾਵਾਂ ਸ਼ਾਮਲ ਨੇ। ਕਵਿਤਾ ਦੀਆਂ ਕੌਮੀ ਪੱਧਰ ਦੀਆਂ ਮਹਿਫਲਾਂ ਦੇ ਵਿੱਚ ਉਸਦਾ ਸ਼ੁਮਾਰ ਹੈ। ਅਸਲ 'ਚ ਸਿਮਰਨ ਦਾ ਅਕਸ ਕਈ ਰੂਪਾਂ ਵਿੱਚ ਰੂਪਮਾਨ ਹੁੰਦਾ ਹੈ। ਉਹ ਸਾਹਿਤ ਸਿਰਜਦੀ ਹੈ, ਅਦਾਕਾਰੀ ਦੇ ਸਫ਼ਰ 'ਤੇ ਵੀ ਪਲਾਂਘਾਂ ਪੁੱਟ ਰਹੀ ਹੈ। ਰੰਗਮੰਚ ਤੇ ਲਘੂ ਫਿਲਮਾਂ ਦੇ ਵਿੱਚ ਉਸਦੀ ਅਦਾਕਾਰੀ ਨੇ ਕਲਾ ਪਾਰਖੂਆਂ ਦਾ ਧਿਆਨ ਖਿੱਚਿਆ। ਪੰਜਾਬੀ ਸਿਨੇਮਾ 'ਤੇ ਖੋਜ ਕਾਰਜ ਕਰ ਰਹੀ ਸਿਮਰਨ ਕਿੱਤੇ ਵਜੋਂ TPD ਮਾਲਵਾ ਕਾਲਜ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਹੈ। ਕਹਾਣੀ ਹੈ ਆਪਣਾ ਘਰ। ਉਹ ਸੋਚਾਂ ਦੀ ਸੜਕ ਤੇ ਸਰਪਟ ਦੌੜਦੀ ਜਾ ਰਹੀ ਸੀ, ਹਫੀ ਹੋਈ, ਸਾਹੋ ਸਾਹੀ। ਕੜਾਕ ਜ਼ੋਰਦਾਰ ਧੱਕੇ ਦੀ ਸੱਟ ਨਾਲ ਜਿਵੇਂ ਗੇਟ ਨੇ ਧਾਹ ਮਾਰੀ। ਸੀਰਤ ਨੇ ਚਲਾ ਕੇ ਆਪਣਾ ਹੈਂਡਬੈਗ ਕੰਧ ਨਾਲ ਮਾਰਿਆ ਤੇ ਆਪ ਧੜੰਮ ਕਰਕੇ ਬੈੱਡ ਤੇ ਜਾ ਡਿੱਗੀ। ਦੋਹਾਂ ਮੋਢਿਆਂ ਤੋਂ ਉੱਠ ਕੇ ਲੱਕ ਤੱਕ ਜਾਂਦੀ ਕੰਬਣੀ ਤੋਂ ਜ਼ਾਹਿਰ ਸੀ ਕਿ ਉਹ ਰੋ ਰਹੀ ਸੀ। ਸੀਰਤ, ਕੀ ਹੋਇਆ? ਕੀ ਕਹਿੰਦੇ ਸੀ ਆਂਟੀ ਤੈਨੂੰ? ਪਛੜ ਕੇ ਆਏ ਰਾਜਦੀਪ ਨੇ ਉਹਦਾ ਬੈਗ ਚੁੱਕਦਿਆਂ ਪੁੱਛਿਆ। ਮੈਨੂੰ ਨਹੀਂ ਪਤਾ ਕੀ ਕਹਿੰਦੇ ਸੀ। ਮੈਨੂੰ ਆਪਣਾ ਘਰ ਚਾਹੀਦਾ, ਅੱਜ ਹੀ ਬਸ। ਮੈਂ ਨਹੀਂ ਰਹਿਣਾ ਇੱਥੇ ਕਿਰਾਏ ਦੇ ਘਰ ਵਿੱਚ। ਗੱਲ ਉਹ ਸੀ ਜਿਸ ਦਾ ਰਾਜਦੀਪ ਨੂੰ ਪਹਿਲਾਂ ਹੀ ਸ਼ੱਕ ਸੀ। ਪਾਣੀ ਪੀ ਲਵਾਂ ਕਿ ਪਹਿਲਾਂ ਕੋਠੀ ਲੈਣੀ ਚੱਲੀਏ? ਰਾਜਦੀਪ ਨੇ ਮਜ਼ਾਕ 'ਚ ਗੱਲ ਟਾਲਦਿਆਂ ਆਖਿਆ। ਹੱਦ ਹੈ ਰਾਜਦੀਪ, ਤੁਹਾਨੂੰ ਮਜ਼ਾਕ ਸੁੱਝਦਾ? ਪਤਾ ਵੀ ਹੈ ਕਿ ਕਿਵੇਂ ਮਹਿਸੂਸ ਹੁੰਦਾ ਜਦੋਂ ਅਗਲੇ ਆਖਦੇ ਆ ਕਿ ਸਾਡੇ ਘਰ ਐਵੇਂ ਨਾ ਕਰਿਆ ਕਰੋ, ਉਵੇਂ ਨਾ ਕਰਿਆ ਕਰੋ। ਆਂਟੀ ਕਹਿੰਦੇ ਕੱਲ ਰਾਤੀ ਤੁਸੀਂ ਇੰਨਾ ਰੌਲਾ ਪਾ ਰਹੇ ਸੀ, ਐ ਚੀਕਾਂ ਨਾ ਮਾਰਿਆ ਕਰੋ। ਸਾਡੇ ਗੈਸਟ ਕਹਿੰਦੇ ਆ ਕਿ ਕੀ ਹੋ ਗਿਆ ਤੁਹਾਡੇ ਕਿਰਾਏਦਾਰਾਂ ਨੂੰ। ਦੱਸਦਿਆਂ ਸੀਰਤ ਡੁਸਕਣ ਲੱਗ ਪਈ ਸੀ। ਓਹੋ, ਤੇ ਤੂੰ ਦੱਸ ਦੇਣਾ ਸੀ ਆਂਟੀ ਜੀ ਨੂੰ ਕਿ ਸਾਨੂੰ ਤਾਂ ਇੱਕ ਮਿੱਠੀ ਜਿਹੀ ਨਿਊਜ਼ ਮਿਲੀ ਸੀ ਕਿ ਅਸੀਂ 2 ਤੋਂ 3 ਹੋਣ ਵਾਲੇ ਹਾਂ। ਅਸੀਂ ਤਾਂ ਖੁਸ਼ੀ ਚੀਕਾਂ ਮਾਰ ਰਹੇ ਸੀ। ਰਾਜਦੀਪ ਨੇ ਕਿਸੇ ਨਿੱਕੇ ਜਵਾਕ ਵਾਂਗ ਸੀਰਤ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ। ਆਹੋ, ਇਹੀ ਆਖਦੀ ਵੀ ਆਂਟੀ ਗੁੱਡ ਨਿਊਜ਼ ਹੈ, ਹੁਣ ਅਸੀਂ 2 ਨਹੀਂ ਸਗੋਂ 3 ਕਿਰਾਏਦਾਰ ਹੋਣ ਵਾਲੇ ਹਾਂ, ਹਨਾ? ਰਾਜਦੀਪ, ਇਹ ਤਾਂ ਗਲਤ ਹੈ ਯਾਰ। ਹੁਣ ਆਪਣਾ ਬੱਚਾ ਵੀ ਕਿਰਾਏ ਦੇ ਮਕਾਨ ਦੇ ਵਿੱਚ, ਇਹਨਾਂ 2 ਕਮਰਿਆਂ ਦੇ ਘਰ ਵਿੱਚ ਹੀ ਹੋਊਗਾ। ਚਲੋ ਨਾ, ਆਪਾਂ ਪਿੰਡ ਚੱਲ ਕੇ ਰਹਿੰਦੇ ਹਾਂ, ਮੰਮੀ ਡੈਡੀ ਤੇ ਜੇਠ ਜਠਾਣੀਆਂ ਕੋਲ। ਸੌਂ ਲੱਗੇ ਜੇ ਮੈਂ ਕਿਸੇ ਗੱਲ ਪਿੱਛੇ ਵੀ ਲੜਾਈ ਪਾਵਾਂ ਤਾਂ। ਸੀਰਤ ਦੇ ਸ਼ਬਦਾਂ ਨਾਲੋਂ ਉਹਦੀਆਂ ਅੱਖਾਂ 'ਚ ਵਧੇਰੇ ਤਰਲਾ ਸੀ, ਪਿਘਲਿਆ ਹੋਇਆ ਵਹਿੰਦਾ ਹੋਇਆ ਤਰਲਾ। ਹੋ ਯਾਰ, ਸਮਝਿਆ ਕਰ ਸੀਰਤ, ਆਪਾਂ ਕਿਹੜਾ ਕਿਸੇ ਸ਼ੌਕ ਨੂੰ ਇੱਥੇ ਕਿਰਾਏ ਤੇ ਬੈਠੇ ਹਾਂ। ਮੇਰੀ ਨੌਕਰੀ ਦੀ ਟਾਈਮਿੰਗ ਕਿੰਨੀ ਜ਼ਿਆਦਾ ਹੈ। ਕਿਹੜਾ ਰੋਜ਼ ਸ਼ਾਮੀ 8 ਵਜੇ 20 ਕਿਲੋਮੀਟਰ ਚੱਲ ਕੇ ਪਿੰਡ ਜਾਵੇ ਤੇ ਫਿਰ ਸਵੇਰੇ ਭੱਜੇ। ਦੂਜੀ ਗੱਲ, ਦਰਾਣੀਆਂ ਜਠਾਣੀਆਂ ਲੜੋ ਨਾ, ਤੇ ਉਹ ਵੀ ਤੁਸੀਂ। ਇਹ ਹੋ ਹੀ ਨਹੀਂ ਸਕਦਾ। ਉਹਨਾਂ ਆਖਣਾ ਧਾਰਾਂ ਕੱਢ ਤੇ ਤੂੰ ਆਖਣਾ ਮੈਂ PhD ਦਾ ਸੈਮੀਨਾਰ ਲਿਖਣਾ। ਉੱਥੇ ਕਾਟੋ ਕਲੇਸ਼ ਸ਼ੁਰੂ ਹੋ ਜਾਣਾ। ਚੱਲ ਐਵੇਂ ਦਿਮਾਗ ਨਾ ਲੜਾ, ਕੋਈ ਨਾ ਸਭ ਕੁਝ ਬਣ ਜੂ। ਕੋਠੀ ਵੀ ਚੰਗਾ, ਰੈਸਟ ਕਰ ਤੇ ਮੈਂ ਜਾਣਾ ਆਫਿਸ। ਐਵੇਂ ਨਾ ਸੋਚੀ ਜਾਈ, ਸੌਂ ਜਾ ਚੁੱਪ ਕਰਕੇ। ਤੇ ਰਾਜਦੀਪ ਚਲਾ ਗਿਆ, ਨਾ ਸੋਚਣ ਦੀ ਤਾਕੀਦ ਕਰਕੇ। ਫਕੀਰਾਂ ਵਰਗੇ ਦਿਲ ਵਾਲਾ ਰਾਜਦੀਪ ਸੀਰਤ ਨੂੰ ਹਰ ਹੀਲੇ ਖੁਸ਼ ਦੇਖਣਾ ਚਾਹੁੰਦਾ ਹੈ, ਭਾਵੇਂ ਝੂਠ ਹੀ ਕਿਉਂ ਨਾ ਬੋਲਣਾ ਪਵੇ। ਆਖੇ ਆਪਾਂ ਕਿਹੜਾ ਸ਼ੌਂਕ ਨੂੰ ਰਹਿੰਦੇ ਹਾਂ ਕਿਰਾਏ ਤੇ, ਮਜਬੂਰੀ ਹੈ। ਪਰ ਮਜਬੂਰੀ ਉਹ ਨਹੀਂ ਜੋ ਰਾਜਦੀਪ ਆਖਦਾ। ਸੀਰਤ ਫੇਰ ਸੋਚਾਂ ਦੀ ਸੜਕ ਤੇ ਸਰਪਟ ਦੌੜਨ ਲੱਗਦੀ ਹੈ, ਸਾਹੋ ਸਾਹੀ, ਹਫੀ ਹੋਈ। ਕੁਆਰੇ ਹੁੰਦਿਆਂ ਤੋਂ ਉਹਦੀ ਰੀਸ ਸੀ ਕਿ ਉਹਦਾ ਸਹੁਰਾ ਘਰ ਖੇਤਾਂ 'ਚ ਹੋਵੇ,
ਚਾਰੇ ਪਾਸੇ ਹਰਿਆਲੀ ਹੀ ਹਰਿਆਲੀ, ਬੇਰੀਆਂ, ਜਾਮਣਾ, ਅਮਰੂਦਾਂ ਦੇ ਦਰਖਤ, ਕੱਦੂ, ਤੋਰੀਆਂ, ਵਾੜ ਕਰੇਲਿਆਂ ਦੀਆਂ ਵੇਲਾਂ ਉਹਦੇ ਪਰਿਵਾਰ ਦਾ ਅੰਗ ਹੋਣ। ਉਹਨੂੰ ਦਰਖਤਾਂ ਉੱਤੇ ਫਲ ਐਂ ਲੱਗਦੇ ਜਿਵੇਂ ਮਾਵਾਂ ਨੇ ਕੁੱਛੜ ਨਿੱਕੇ ਨਿੱਕੇ ਬਾਲ ਚੁੱਕੇ ਹੋਣ। ਫਲਾਂ, ਫੁੱਲਾਂ ਤੇ ਰੰਗਾਂ ਨੂੰ ਵੇਖ ਕੇ ਉਹ ਆਪ ਵੀ ਕਿਸੇ ਨਿੱਕੇ ਜਿਹੇ ਜਵਾਕ ਵਾਂਗ ਹੋ ਜਾਂਦੀ, ਚੀਕਾਂ ਮਾਰਦੀ, ਤਾੜੀਆਂ ਮਾਰਦੀ ਤੇ ਉੱਚੀ ਉੱਚੀ ਗੀਤ ਗਾਉਂਦੀ। ਇਸ ਕਿਰਾਏ ਦੇ ਘਰ ਵਿੱਚ ਮਕਾਨ ਮਾਲਕਾਂ ਦੇ ਲਾਨ ਵਿੱਚ ਲੱਗੇ ਬੂਟੇ ਉਹਨੂੰ ਇਉਂ ਜਾਪਦੇ ਜਿਵੇਂ ਕਿਸੇ ਬਾਂਝ ਨੂੰ ਦੂਸਰੇ ਦੇ ਨਿਆਣੇ। ਮੋਹ ਤਾਂ ਬਹੁਤ ਆਉਂਦਾ ਪਰ ਚਿੱਤ ਨਾ ਖਿੜਦਾ। ਚੂਹਣ ਤੇ ਵੀ ਡਰ ਜਾ ਲੱਗਦਾ ਕਿ ਅਗਲਾ ਕੀ ਆਖੂ। ਘਰ ਸ਼ਬਦ ਸੋਚਦਿਆਂ ਹੀ ਉਹਦੇ ਮਨ ਅੰਦਰ ਇੱਟਾਂ ਤੇ ਬੂਹੇ ਬਾਰੀਆਂ ਦੀ ਬਜਾਏ ਹਰਿਆਲੀ ਦੀ ਤਸਵੀਰ ਲਕੀਚੀ ਜਾਂਦੀ। ਜਿੱਦਣ ਉਹ ਰਾਜਦੀਪ ਨਾਲ ਵਿਆਹੀ ਗਈ ਸੀ, ਸ਼ਾਮ ਨੂੰ ਰਿਸ਼ਤੇਦਾਰਾਂ ਨਾਲ ਗਿੱਧਾ ਪਾਉਂਦਿਆਂ ਉਹਨੇ ਪੋਲੇ ਜਿਹੇ ਪਲਕਾਂ ਚੁੱਕ ਕੇ ਆਲੇ ਦੁਆਲੇ ਝਾਤ ਪਾਈ। ਐਡਾ ਵੱਡਾ ਘਰ, ਕੱਚਾ ਵਿਹੜਾ, ਮਿੱਟੀ, ਡੇਕ ਤੇ ਫੁੱਲਾਂ ਨਾਲ ਲੱਦੀ ਹੋਈ ਵੇਲ ਤੇ ਪਿਛਲੇ ਪਾਸੇ ਵੱਲ ਨੂੰ ਖੁੱਲਦੀ ਬਾਰੀ, ਜਿੱਥੋਂ ਸਾਰਾ ਖੇਤ ਦਿਸਦਾ ਸੀ ਜਿਵੇਂ ਰੱਬ ਹੋਵੇ ਹਰੇ ਹਰੇ ਰੰਗ ਦਾ। ਉਹਦੀ ਰੂਹ ਤੇ ਵੀ ਖੇਤ ਦੇ ਰੰਗ ਵਰਗੀ ਹਰਿਆਲੀ ਛਾ ਗਈ, ਪਰ ਬਾਹਰ ਕੁਝ ਫਿੱਕਾ ਸੀ, ਕੁਝ ਬਦਰੰਗ ਜਿਹਾ। ਖੌਰੇ ਰਿਸ਼ਤੇਦਾਰਾਂ ਨੂੰ ਉਹਨਾਂ ਦਾ ਰਿਸ਼ਤਾ ਪਤਾ ਨਹੀਂ। ਭੂਆ ਸੱਸ ਨੇ ਸੀਰਤ ਦੀ ਬਾਂਹ ਫੜ ਕੇ ਬੋਲੀ ਪਾਈ, ਪੇਕਿਆਂ ਦੇ ਘਰ ਰੱਖੀ ਲਾਡਲੀ, ਪੇਕਿਆਂ ਦੇ ਘਰ ਰੱਖੀ ਲਾਡਲੀ, ਸਹੁਰਿਆਂ ਦੇ ਘਰ ਕੁੱਤੀ ਨੀ ਮਾਂ ਦੀਏ ਲਾਡਲੀਏ, ਹੌਂਕੇ ਲੈ ਲੈ ਸੁੱਤੀ ਨੀ ਮਾਂ ਦੀਏ ਲਾਡਲੀਏ। ਪਿਛਲੇ 4 ਸਾਲਾਂ ਤੋਂ ਕਿਰਾਏ ਦੇ ਘਰ ਵਿੱਚ ਰਹਿ ਰਹੇ ਸੀ। ਕੋਈ ਦਿਨ ਰਾਤ ਹੀ ਇਹੋ ਜਿਹਾ ਲੰਘਿਆ ਹੋ ਜਦ ਉਹਨਾਂ ਨੇ ਆਪਣੇ ਘਰ ਦਾ ਨਕਸ਼ਾ ਨਾ ਬਣਾਇਆ ਹੋਵੇ। ਉਹ ਘਰ ਭਾਵੇਂ 2 ਜਾਂ 3 ਵਿਸਵਿਆਂ ਦਾ ਹੀ ਕਿਉਂ ਨਾ ਹੋਵੇ, ਰਹਿਣ ਨੂੰ ਭਾਵੇਂ ਇੱਕ ਕਮਰਾ ਹੀ ਹੋਵੇ, ਪਰ ਕੱਚਾ ਵਿਹੜਾ, ਫੁੱਲ ਬੂਟੇ, ਕੱਦੂ ਤੋਰੀਆਂ ਦੀਆਂ ਵੇਲਾਂ ਭਾਵ ਹਰਿਆਲੀ ਜ਼ਰੂਰ ਹੋਵੇ। ਇੱਕ ਦਿਨ ਸੀਰਤ ਕਾਲਜ ਵਿੱਚ ਕਿਸੇ ਪ੍ਰੋਫੈਸਰ ਦੇ 5 ਕੁ ਸਾਲਾ ਬੱਚੇ ਨਾਲ ਲਾਡ ਕਰ ਰਹੀ ਸੀ। ਅੰਗਦ, ਐਂ ਕਰ, ਤੂੰ ਆਪਣੀ ਟਰਾਲੀ ਲੈ ਕੇ ਆਪਣੇ ਪਾਪਾ ਨਾਲ ਸਾਡੇ ਘਰ ਆਵੀਂ। ਅਸੀਂ ਤੇਰੀ ਸਾਰੀ ਟਰਾਲੀ ਛੱਲੀਆਂ ਨਾਲ ਭਰ ਦਿਆਂਗੇ ਤੇ ਤੂੰ ਸਾਨੂੰ ਗੰਨੇ ਦੇ ਜੀ, ਠੀਕ ਹੈ ਨਾ? ਅੰਗਦ, ਪਹਿਲਾਂ ਮੈਡਮ ਨੂੰ ਪੁੱਛ ਤਾਂ ਸਹੀ ਵੀ ਟਰਾਲੀ ਖੜਾਉਣ ਜਿੱਡਾ ਘਰ ਹੈ ਵੀ ਕਿ ਨਹੀਂ। ਪਿੱਛੇ ਖੜੀ ਇੱਕ ਸ਼ੋਪੀਸ ਦੀ ਆਈਟਮ ਵਰਗੀ ਪ੍ਰੋਫੈਸਰ ਦੀ ਸੱਲ ਵਰਗੀ ਗੱਲ ਸੀਰਤ ਨੂੰ ਪੋਟਾ ਪੋਟਾ ਚੀਰ ਗਈ। ਉਹ ਜਿਵੇਂ ਪੱਥਰ ਦੀ ਹੋ ਗਈ, ਨਾ ਹੀ ਅੱਗੋਂ ਕੁਝ ਬੋਲ ਸਕੀ ਤੇ ਨਾ ਹੀ ਕੁਝ ਸੁਣ ਸਕੀ। ਘਰ ਆ ਕੇ ਉਹ ਰਾਜਦੀਪ ਦੇ ਗੱਲ ਲੱਗ ਕੇ ਬੱਚਿਆਂ ਵਾਂਗ ਫਿਸ ਪਈ। ਅਰੇ ਤੂੰ ਆਖ ਦਿੰਦੀ ਨਾ ਕਿ ਆ ਜਾਵੀਂ ਕਦੇ ਘਰੇ, ਤੈਨੂੰ ਦਿਖਾਵਾਂ ਘਰ ਕਿੱਡਾ ਕੁ ਹੈ। ਇੱਕ ਛੱਡ ਭਾਵੇਂ 15 ਟਰਾਲੀਆਂ ਖੜਾ ਲੈ, ਸੁੱਖ ਨਾਲ 20 ਕਿੱਲੇ ਜ਼ਮੀਨ ਵੀ ਹੈ। ਕਰ ਲੈ ਜਿਹੜੇ ਜਹਾਜ਼ ਕਿਸੇ ਨੇ ਲੈਂਡ ਕਰਨੇ ਨੇ, ਫੇਰ ਵੇਖਦੀ ਤੂੰ ਉਹਦਾ ਮੂੰਹ। ਰਾਜਦੀਪ ਨੂੰ ਵੀ ਗੱਲ ਸੁਣ ਕੇ ਜਿਵੇਂ ਕਚੀਚੀ ਆ ਗਈ ਸੀ। ਕਿਉਂ ਕਿਉਂ ਝੂਠ ਬੋਲਦੀ ਮੈਂ? ਇਹ ਸਭ ਕੁਝ ਸਾਡਾ ਨਹੀਂ ਰਾਜਦੀਪ, ਡੈਡੀ ਦਾ ਹੈ। ਤੁਸੀਂ ਤਾਂ ਆਖਦੇ ਹੋ ਹਮੇਸ਼ਾ ਇਹ ਗੱਲ। ਹਾਂ ਯਾਰ, ਮੈਂ ਆਖਦਾ ਹਾਂ, ਪਰ ਸਭ ਕੁਝ ਹੈ ਤੇ ਆਪਣਾ ਹੀ ਹੈ ਨਾ। ਵੇਖ ਸੀਰਤ, ਆਪਾਂ ਜ਼ੀਰੋ ਤੋਂ ਸ਼ੁਰੂ ਕੀਤਾ। ਇੱਕ ਇੱਕ ਚੀਜ਼ ਆਪਾਂ ਆਪਣੀ ਬਣਾ ਲਈ ਆ ਘਰ ਦੀ। ਬਸ ਆਪਾਂ 1 ਸਾਲ ਹੋਰ ਦੇਣਾ ਸਬਰ ਤੇ ਸੰਘਰਸ਼ ਨੂੰ, ਸਿਰਫ 1 ਸਾਲ। ਨਾਲੇ ਐਵੇਂ ਨਾ ਨੀਵੀਂ ਸੋਚ ਵਾਲਿਆਂ ਦੀਆਂ ਗੱਲਾਂ 'ਚ ਧਿਆਨ ਦਿਆ ਕਰ। ਅੱਗੇ ਤੋਂ ਕੋਈ ਗੱਲ ਹੋਵੇ ਤਾਂ ਉਹਨੂੰ ਉਹਦੇ ਸਿਲੇਬਸ ਦੀਆਂ 4 ਕਿਤਾਬਾਂ ਦੇ ਨਾਮ ਪੁੱਛ ਕੇ ਵੇਖ ਲਵੀਂ। ਇਹੋ ਜਿਹੀਆਂ ਨੂੰ ਨਾ ਸੂਟਾਂ ਜੁੱਤੀਆਂ ਤੋਂ ਅੱਗੇ ਕੱਖ ਨਹੀਂ ਆਉਂਦਾ ਹੁੰਦਾ। ਤੂੰ ਪੜ੍ਹਿਆ ਕਰ ਆਪਣਾ, ਤੇ ਮੈਡਮ ਪੜ੍ਹੇ ਅਨੁਸਾਰ ਚੱਲਿਆ ਵੀ ਕਰ, ਨਹੀਂ ਤਾਂ ਕੀ ਫਾਇਦਾ ਤੇਰੇ ਸਾਹਿਤ ਪੜ੍ਹਨ ਦਾ। ਰਾਜਦੀਪ ਵਿੱਚੋਂ ਸੀਰਤ ਆਪਣਾ ਪਤੀ, ਪਿਓ, ਮਾਂ, ਗੁਰੂ ਸਭ ਕੁਝ ਵੇਖਦੀ। ਦੋਵੇਂ ਇੱਕ ਦੂਜੇ ਦੀ ਰਜ਼ਾ ਵਿੱਚ ਚੱਲਦੇ ਆਪਣਾ ਹਕੀਕਤ ਵਾਲਾ ਘਰ ਨਿਤ ਸੁਪਨਿਆਂ 'ਚ ਉਸਾਰਦੇ। ਸੁਖਪਾਲ ਦੀ ਕਿਤਾਬ ਰਹਿਣ ਕਿਥਾਓ ਨਾਹੀਂ ਪੜ੍ਹਦਿਆਂ ਸੀਰਤ ਮਨ ਭਰ ਆਉਂਦੀ। ਸੱਚੀ ਮਾਂ ਦੀ ਕੁੱਖ ਬੰਦੇ ਦਾ ਸਭ ਤੋਂ ਪਹਿਲਾ ਘਰ ਹੁੰਦੀ ਹੈ, ਤੇ ਫੇਰ ਸਾਰੀ ਉਮਰ ਬੰਦਾ ਕੁੱਖ ਵਰਗਾ ਘਰ ਲੱਭਦਾ ਰਹਿੰਦਾ। ਸੀਰਤ ਨੂੰ ਲੱਗਦਾ ਜਿਵੇਂ ਮਾਂ ਦੀ ਕੁੱਖ 'ਚ ਵੀ ਹਰਿਆਲੀ ਹੁੰਦੀ ਹੋਵੇ, ਵੇਲਾਂ, ਫੁੱਲ, ਫਲ ਤੇ ਹਰਿਆਲੀ। ਮਾਂ ਆਖਦੀ ਕਿ ਜੇ ਗਰਭਵਤੀ ਔਰਤ ਸੁਪਨੇ 'ਚ ਕੱਦੂ ਵੇਖੇ ਤਾਂ ਮੁੰਡਾ ਹੁੰਦਾ, ਤੇ ਜੇ ਤੋਰੀਆਂ ਦੇਖਣ
ਤਾਂ ਕੁੜੀ ਉਹ ਉੱਚੀ ਉੱਚੀ ਹੱਸਦੀ ਤੇ ਆਪਣੇ ਢਿੱਡ ਤੇ ਹੱਥ ਫੇਰਦੀ ਆਖਦੀ, ਹਾਂ ਬਈ ਮੇਰੇ ਕੱਦੂ ਤੋਰੀ। ਸਮਾਂ ਸੁਹੰਡਣਾ ਹੋਇਆ ਤੇ ਹੁਣ ਉਹ 2 ਤੋਂ 3 ਹੋ ਗਏ। ਜਮਾਂ ਹੀ ਕੱਦੂ ਵਰਗਾ ਗੋਲ ਮਟੋਲ ਬੇਟਾ ਸੀ ਉਹਨਾਂ ਦਾ, ਮੋਹਮੀਤ। ਰਾਜਦੀਪ 1.25 ਮਹੀਨੇ ਬਾਅਦ ਸੀਰਤ ਤੇ ਮੋਹਮੀਤ ਨੂੰ ਬੜੇ ਚਾਵਾਂ ਨਾਲ ਘਰ ਲੈ ਕੇ ਆਇਆ। ਬੈੱਡਰੂਮ ਨੂੰ ਰੰਗ ਬਰੰਗੇ ਗੁਬਾਰਿਆਂ, ਚਾਨਣ ਦੀਆਂ ਲੜੀਆਂ ਤੇ ਸੱਜਰੇ ਗੁਲਾਬ ਦੇ ਫੁੱਲਾਂ ਨਾਲ ਸਜਾ ਕੇ ਉਸਨੇ ਨਵੇਂ ਜੀ ਨੂੰ ਖੁਸ਼ਾਮਦੀਦ ਆਖਿਆ। ਰਾਜਦੀਪ, ਨਿੰਮ ਨਹੀਂ ਬੰਨਿਆ ਦਰਵਾਜ਼ੇ ਤੇ? ਸੀਰਤ ਨੇ ਰਾਜਦੀਪ ਨੂੰ ਪੁੱਛਿਆ ਤਾਂ ਰਾਜਦੀਪ ਨੇ ਨਜ਼ਰਾਂ ਦੀ ਸਾਂਝ ਤੋੜਦਿਆਂ ਆਖਿਆ, ਯਾਰ ਦਾਦਕੇ ਨਾਨਕੇ ਬੱਝ ਤਾਂ ਗਿਆ, ਹੁਣ ਇੱਥੇ ਕਿੱਥੇ? ਹਾਂ, ਇੱਥੇ ਕਿੱਥੇ, ਕਿਰਾਏ ਦੇ ਘਰਾਂ 'ਚ ਵੱਜਦੇ ਨੇ ਨਿੰਮ, ਹਨਾ? ਸੀਰਤ ਨੇ ਵਾਕ ਪੂਰਾ ਕਰਕੇ ਰਾਜਦੀਪ ਨੂੰ ਅਵਾਕ ਕਰ ਦਿੱਤਾ। ਦਰਅਸਲ ਸੀਰਤ ਦੀ ਰੀਝ ਸੀ ਕਿ ਬੱਚਾ ਆਪਣੇ ਘਰ 'ਚ ਪਲੇ, ਉਹਦੀ ਉੱਥੇ ਹੀ ਸੁਰਤ ਸੰਭਲੇ ਤੇ ਉਸ ਘਰ ਦੇ ਹਰ ਕੋਨੇ ਨਾਲ ਉਹਨਾਂ ਦੀ ਆਪਣੀ ਤੇ ਬੱਚੇ ਦੀ ਯਾਦ ਜੁੜੀ ਹੋਵੇ। ਸੀਰਤ ਅਕਸਰ ਆਖਦੀ ਕਿ ਸਮਾਨ ਨਹੀਂ ਪਰ ਯਾਦਾਂ ਨਾਲ ਭਰਿਆ ਘਰ ਛੱਡਣਾ ਬਹੁਤ ਔਖਾ ਹੁੰਦਾ ਹੈ। ਜਿੱਥੇ ਬੈਠ ਕੇ ਤੁਸੀਂ ਕੋਈ ਸੁਰਖ ਬਾਤ ਪਾਈ ਹੋਵੇ, ਜਿੱਥੋਂ ਦੀ ਹਵਾ 'ਚ ਤੁਹਾਡੇ ਚਾਅ ਖੁੱਲ ਗਏ ਹੋਣ, ਜਿੱਥੇ ਤੁਸੀਂ ਰੀਝਾਂ ਤੇ ਸੁਪਨੇ ਬੀਜੇ ਹੋਣ, ਕਿੰਨਾ ਔਖਾ ਹੁੰਦਾ ਨਾ ਉਸ ਜਗ੍ਹਾ ਤੋਂ ਟੁੱਟਣਾ। ਸੀਰਤ ਚਾਹੁੰਦੀ ਸੀ ਕਿ ਭਾਵੇਂ ਥੋੜੀ ਜਿਹੀ ਹੀ ਜਗ੍ਹਾ ਹੋਵੇ ਪਰ ਹੋਵੇ ਤਾਂ ਆਪਣੀ ਨਾ। ਮੋਹਮੀਤ ਤੋਂ ਬਾਅਦ ਤਾਂ ਆਪਣੇ ਘਰ ਤੋਂ ਬਿਨਾਂ ਹੋਰ ਕੁਝ ਜਿਵੇਂ ਉਹਨਾਂ ਨੂੰ ਸੁੱਝਦਾ ਹੀ ਨਾ। ਹੁਣ ਤਾਂ ਸੀਰਤ ਨੂੰ ਹਰ ਲੋੜ ਤੋਂ ਵੱਧ ਖੁੱਲੀ ਜਗ੍ਹਾ ਇਉਂ ਲੱਗਦੀ ਜਿਵੇਂ ਉਸ ਜਗ੍ਹਾ ਨੇ ਉਹਨਾਂ ਦਾ ਘਰ ਦੱਬ ਰੱਖਿਆ ਹੋਵੇ। ਹੋਰ ਤਾਂ ਹੋਰ, ਹੁਣ ਤਾਂ ਗੁਰਦੁਆਰਾ ਸਾਹਿਬ ਜਾ ਕੇ ਵੀ ਉਹਦਾ ਮਨ ਅਸ਼ਾਂਤ ਹੋ ਜਾਂਦਾ। ਅਸੀਂ ਤਾਂ ਇਸ ਜਗ੍ਹਾ ਦਾ 10ਵਾਂ ਹਿੱਸਾ ਵੀ ਨਹੀਂ ਮੰਗਦੇ। ਸੱਚੀ ਸੀਰਤ ਦਾ ਜੀ ਕਰਦਾ ਕਿ ਉਹ ਕਿਸੇ ਗੁਰਦੁਆਰੇ ਦੀ ਖਾਲੀ ਪਈ ਜ਼ਮੀਨ 'ਚ ਚੁਗਾਠ ਗੱਡ ਕੇ ਨਿੰਮ ਕਿਉਂ ਨਾ ਬੰਨ ਦੇਵੇ। ਜਿਵੇਂ ਜਿਵੇਂ ਮੋਹਮੀਤ ਵੱਡਾ ਹੋ ਰਿਹਾ ਸੀ, ਮਕਾਨ ਮਾਲਕਾਂ ਤੋਂ ਲਾਂਭਿਆਂ ਦੀ ਗਿਣਤੀ ਵੱਧ ਰਹੀ ਸੀ। ਪਹਿਲਾਂ ਲਾਂਭੇ ਹੋਰ ਤਰ੍ਹਾਂ ਦੇ ਹੁੰਦੇ ਸੀ ਕਿ ਤੁਸੀਂ ਇੰਨਾ ਲੇਟ ਕਿਉਂ ਆਉਂਦੇ ਹੋ, ਅਸੀਂ ਡਿਸਟਰਬ ਹੁੰਦੇ ਹਾਂ। ਕਦੀ ਗੱਡੀ ਖੜਾਉਣ ਪਿੱਛੇ ਬਹਿਸ ਹੋ ਜਾਂਦੀ, ਆਖੇ ਗੱਡੀ ਦੇ ਟਾਇਰਾਂ ਨਾਲ ਮਿੱਟੀ ਆਉਂਦੀ ਹੈ ਜੀ। ਪਰ ਹੁਣ ਮੋਹਮੀਤ ਤੋਂ ਬਾਅਦ ਲਾਂਭੇ ਬਦਲ ਗਏ ਸਨ। ਆਖੇ ਜੀ ਇਹ ਚੀਜ਼ਾਂ ਥੱਲੇ ਸੁੱਟ ਦਿੰਦਾ, ਕੁਰਸੀ ਘੜੀਸਣ ਦੀ ਆਵਾਜ਼ ਆਉਂਦੀ ਹੈ, ਕੁੱਤੇ ਨੂੰ ਬਿਸਕਟ ਪਾ ਦਿੰਦਾ, ਕੂੜਾ ਸੁੱਟ ਦਿੰਦਾ, ਚੀਕਾਂ ਗਾਣੇ ਆਵਾਜ਼, ਕਦੇ ਕੁਝ ਤੇ ਕਦੇ ਕੁਝ। ਸਭ ਕੁਝ ਬੰਦ ਹੋਣ ਤੇ ਵੀ ਬਿਜਲੀ ਦਾ ਮੀਟਰ ਘੁੰਮਦਾ ਰਹਿੰਦਾ। ਥੋੜੇ ਮਹੀਨਿਆਂ ਬਾਅਦ ਕਿਰਾਇਆ ਵੱਧ ਜਾਂਦਾ ਤੇ ਉੱਤੋਂ ਬੇਵਜ੍ਹਾ ਦਾ ਰੋਬ। ਦੋਵੇਂ ਜੀ ਅੰਦਰੋਂ ਅੰਦਰੀ ਬੜਾ ਘੁਲਦੇ ਪਰ ਕੁਝ ਆਖ ਨਾ ਸਕਦੇ। ਰਾਜਦੀਪ ਠਰਮੇ ਨਾਲ ਹਰ ਵਾਰ ਗੱਲ ਬੋਚ ਲੈਂਦਾ ਤੇ ਆਖਦਾ, ਸੀਰਤ ਬਸ ਆਪਣੇ ਸਬਰ ਨੂੰ ਬੂਰ ਪਊ ਜਲਦੀ, ਫਿਕਰ ਨਾ ਕਰ। ਤੇ ਅੱਜ ਪੂਰੇ 4 ਸਾਲ ਬਾਅਦ ਉਹਨਾਂ ਦੇ ਸਬਰ ਨੂੰ ਬੂਰ ਪੈ ਗਿਆ। ਰਾਜਦੀਪ ਨੇ ਆਪਣਾ ਵਾਅਦਾ ਪੁਗਾ ਦਿੱਤਾ। ਅੱਜ ਉਹਨਾਂ ਆਪਣੇ ਘਰ ਵਿੱਚ ਸਮਾਨ ਰੱਖਿਆ। ਲੋਕ ਭਾਵੇਂ ਕੋਠੀ ਆਖਦੇ ਪਰ ਉਹ ਦੋਵੇਂ ਵਾਰ-ਵਾਰ ਮੋਹ ਦੇ ਨਾਲ ਆਪਣਾ ਘਰ ਆਖਦੇ। ਰਾਤੀ 11-12 ਵਜੇ ਤੱਕ ਚਾਈ ਸਮਾਨ ਥਾਂ ਟਿਕਾਣੇ ਰੱਖਦੇ ਰਹੇ। ਰਾਜਦੀਪ ਥੱਕ ਕੇ ਸੌਂ ਗਿਆ ਤੇ ਨਿੱਕਾ ਜਿਹਾ ਮੋਹਮੀਤ ਵੀ। ਪਰ ਸੀਰਤ ਤਾਂ ਸੋਚਾਂ ਦੀ ਸੜਕ ਤੇ ਸਰਪਟ ਦੌੜਦੀ ਜਾ ਰਹੀ ਸੀ, ਹਫੀ ਹੋਈ, ਸਾਹੋ ਸਾਹੀ। ਰਾਜਦੀਪ, ਮੋਹਮੀਤ, ਰਾਜਦੀਪ! ਸੀਰਤ ਨੇ ਪੂਰੇ ਜ਼ੋਰ ਨਾਲ ਚੀਕ ਮਾਰੀ। ਰਾਜਦੀਪ ਅੱਪੜ ਵਾਹੀ ਉੱਠਿਆ। ਕੀ ਹੋ ਗਿਆ ਸੀਰਤ, ਠੀਕ ਤਾਂ ਹੈ? ਪਾਣੀ ਦਵਾਂ? ਨਹੀਂ, ਮੇਰਾ ਮਤਲਬ ਠੀਕ ਆ। ਰਾਜਦੀਪ ਮੈਂ ਤਾਂ ਇਹ ਦੇਖਦੀ ਸਾਂ, ਤੁਸੀਂ ਵੇਖਿਆ? ਮੈਂ ਇੰਨੀ ਉੱਚੀ ਬੋਲੀ ਪਰ ਕੋਈ ਟੋਕਣ ਨਹੀਂ ਆਇਆ, ਕੋਈ ਉਲਾਂਭਾ ਲੈ ਕੇ ਨਹੀਂ ਆਇਆ। ਰਾਜਦੀਪ ਪਤਾ ਕਿਉਂ? ਕਿਉਂਕਿ ਇਹ ਆਪਣਾ ਘਰ ਹੈ, ਕਿਰਾਏ ਦਾ ਘਰ ਨਹੀਂ ਰਾਜਦੀਪ, ਇਹ ਆਪਣਾ ਘਰ ਹੈ। ਹਾਂਜੀ ਬੇਗਮ ਸਾਹਿਬਾ, ਇਹ ਆਪਣਾ ਘਰ ਹੈ। ਹੁਣ ਗਏ ਉਲਾਂਭਿਆਂ ਦੇ ਦਿਨ, ਬੇਫਿਕਰ ਹੋ ਕੇ ਸੌਂ ਸਕਦੇ ਹੋ ਤੁਸੀਂ। ਰਾਜਦੀਪ ਦੀਆਂ ਅੱਖਾਂ ਵਿੱਚ ਅਜੇ ਵੀ ਨੀਂਦ ਸੀ। ਰਾਜਦੀਪ ਛੱਡੋ ਪਰੇ ਨੀਂਦ ਨੂੰ ਪਲੀਜ਼। ਆਓ ਆਪਾਂ ਬਾਹਰ ਵਿਹੜੇ 'ਚ ਵੇਲਾਂ ਲਾਈਏ, ਕੱਦੂ ਦੀਆਂ, ਤੋਰੀਆਂ ਦੀਆਂ, ਫੁੱਲਾਂ ਵਾਲੀਆਂ, ਮਹਿਕ ਵਾਲੀ ਕਲੀ ਤੇ ਫਲਾਂ ਵਾਲੇ ਦਰਖਤ। ਨਾਲੇ ਜਾਓ ਕਿਤੋਂ ਨਿੰਮ ਦੀਆਂ ਟਾਹਣੀਆਂ ਲੈ ਕੇ ਆਓ, ਐਨੀਆਂ ਭਰੀਆਂ ਭਰੀਆਂ ਟਾਹਣੀਆਂ। ਆਪਾਂ ਇੰਨਾ ਭਾਰੀ ਨਿੰਮ ਬੰਨਾਂਗੇ ਮੋਹਮੀਤ ਦਾ। ਬੜੀ ਰੀਸ ਸੀ ਮੇਰੀ ਕਿ ਮੁੰਡਾ ਹੋਵੇ ਭਾਵੇਂ ਕੁੜੀ, ਪਰ ਆਪਾਂ ਇੰਨਾ ਭਾਰੀ ਨਿੰਮ ਬੰਨੀਏ। ਆਪਣੇ ਘਰ
ਪਰ ਉਦੋਂ ਤਾਂ ਪਰ ਹੁਣ ਤਾਂ ਰਾਜਦੀਪ ਆਪਣਾ ਘਰ ਹੈ ਨਾ, ਕਿਰਾਏ ਦਾ ਨਹੀਂ। ਸੀਰਤ ਇੱਕੋ ਸਾਹ ਬੋਲਦੀ ਗਈ। ਹਾਂ ਸੀਰਤ, ਜ਼ਰੂਰ ਬੰਨਾਂਗੇ ਨਿੰਮ ਤੇ ਵੇਲਾਂ ਵੀ ਲਾਵਾਂਗੇ, ਪਰ ਜਨਾਬ ਟਾਈਮ ਤੇ ਦੇਖੋ, ਅਜੇ ਤਾਂ ਸਿਰਫ 3 ਵਜੇ ਨੇ। ਨਹੀਂ ਰਾਜਦੀਪ, ਮੈਥੋਂ ਹੋਰ ਨਹੀਂ ਉਡੀਕਿਆ ਜਾਂਦਾ। ਅੱਗੇ ਹੀ ਬਹੁਤ ਸਮਾਂ ਬੀਤ ਗਿਆ ਤੇ ਦਿਨ ਚੜ੍ਹਦੇ ਨੂੰ ਸੀਰਤ ਤੇ ਰਾਜਦੀਪ ਨਿੰਮ ਦੀਆਂ ਵਧਾਈਆਂ ਦੇਣ ਆਏ ਗੁਆਂਢੀਆਂ ਨੂੰ ਹਾਸਿਆਂ ਤੇ ਮਿੱਠੇ ਬੋਲਾਂ ਦੇ ਪਤਾਸੇ ਬੁੱਕਾਂ ਭਰ ਭਰ ਵੰਡ ਰਹੇ ਸਨ।